ਹੈਲੋ ਸਟੂਡੈਂਟਸ, ਕਿੱਦਾਂ ਹੋ ਸਾਰੇ? ਹੋਪਸ ਤੁਸੀਂ ਵਧੀਆ ਹੋਵੋਗੇ। ਚਲੋ ਜੀ, ਅੱਜ ਆਪਾਂ ਡਿਸਕਸ ਕਰਦੇ ਹਾਂ ਬਾਰ ਗ੍ਰਾਫ। ਰਾਈਟਿੰਗ ਟਾਸਕ 1 ਦੀ ਇਹ ਟਾਈਪ ਹੈ ਬਾਰ ਗ੍ਰਾਫ। ਮੈਂ ਤੁਹਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਦੱਸਿਆ ਸੀ ਰਾਈਟਿੰਗ ਟਾਸਕ 1 ਦੀਆਂ 7 ਟਾਈਪਸ ਹੁੰਦੀਆਂ ਨੇ, ਤਾਂ ਉਹਨਾਂ ਵਿੱਚੋਂ ਅੱਜ ਆਪਾਂ ਬਾਰ ਗ੍ਰਾਫ ਡਿਸਕਸ ਕਰਾਂਗੇ। ਬਾਰ ਗ੍ਰਾਫ ਸਟਰਕਚਰ ਹੁੰਦੀ ਹੈ। ਪਹਿਲਾਂ ਆਪਾਂ ਇਸ ਨੂੰ ਬਾਰ ਗ੍ਰਾਫ ਨੂੰ ਕਿੱਦਾਂ ਲਿਖਣਾ ਗਾ, ਕਿਉਂਕਿ ਆਈਲੈਟਸ ਰਾਈਟਿੰਗ ਦੇ ਕੁਝ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ, ਕਿੱਦਾਂ ਆਪਾਂ ਉਹਨਾਂ ਨੂੰ ਵਧੀਆ ਤਰੀਕੇ ਦੇ ਸੈਂਟੈਂਸ ਬਣਾ ਕੇ ਆਪਣਾ ਬੈਂਡ ਸਕੋਰ ਵਧੀਆ ਲੈ ਸਕਦੇ ਹਾਂਗੇ। ਫਸਟ ਤੇ ਆਪਾਂ ਲਿਖਾਂਗੇ ਇੰਟਰੋਡਕਸ਼ਨ। ਸੈਕਿੰਡ, ਇੱਕ ਲਾਈਨ ਛੱਡ ਕੇ ਆਪਾਂ ਬੋਡੀ ਪੈਰਾਗ੍ਰਾਫ 1 ਬਣਾਵਾਂਗੇ। 5-6 ਲਾਈਨਾਂ ਦਾ ਇਹ ਪੈਰਾਗ੍ਰਾਫ ਹੋਊਗਾ। ਫਿਰ ਇੱਕ ਲਾਈਨ ਛੱਡ ਕੇ ਆਪਾਂ ਬੋਡੀ ਪੈਰਾਗ੍ਰਾਫ B ਬਣਾਵਾਂਗੇ। ਫਿਰ ਆਪਾਂ ਲਾਸਟ 'ਤੇ ਇੱਕ ਲਾਈਨ ਛੱਡ ਕੇ ਆਪਾਂ ਓਵਰਆਲ ਕੱਢਾਂਗੇ, ਮਤਲਬ ਕਨਕਲੂਜ਼ਨ ਕੱਢਾਂਗੇ। ਸਮਝ ਗਏ? ਆਪਣਾ ਬਾਰ ਗ੍ਰਾਫ ਇਹ ਵਾਲਾ ਆਪਣਾ ਬਾਰ ਗ੍ਰਾਫ ਹੁੰਦਾ ਹੈ। ਜਿਨ੍ਹਾਂ ਨੇ ਹਲੇ ਆਈਲੈਟਸ ਕਦੇ ਕੀਤੀ ਨਹੀਂ ਉਹਨਾਂ ਨੂੰ ਦੱਸ ਦਵਾਂ, ਇਹ ਆਪਣਾ ਬਾਰ ਗ੍ਰਾਫ ਹੁੰਦਾ। ਸਭ ਤੋਂ ਮੇਨ ਗੱਲਾਂ ਮੈਂ ਇਸ ਦੇ ਵਿੱਚ ਲਿਖੀਆਂ ਨੇਗੀਆਂ, ਕੁਝ ਟਿਪਸ ਹੁੰਦੀ ਦੇ ਰਹੀ ਹਾਂ। ਆਪਣੇ ਟਾਸਕ 1 ਨੂੰ ਵਧੀਆ ਲਿਖਣ ਲਈ ਆਪਾਂ ਵਧੀਆ ਬੈਂਡ ਸਕੋਰ ਕਿੱਦਾਂ ਲੈ ਸਕਦੇ ਹਾਂ ਅਤੇ ਟਾਈਮ 'ਤੇ ਇਸ ਨੂੰ ਆਪਾਂ ਕਿਵੇਂ ਪੂਰਾ ਕਰ ਸਕਦੇ ਹਾਂਗੇ। ਫਸਟ 'ਤੇ ਤੁਸੀਂ ਜੋ ਕੁਐਸਚਨ ਦਿੱਤੀ ਹੋਊਗੀ, ਸਟੇਟਮੈਂਟ ਦਿੱਤੀ ਹੋਊਗੀ, ਉਹਨੂੰ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰੋਗੇ। ਮਤਲਬ ਪਾਸਟ 'ਚ ਹੈ, ਪ੍ਰੈਜੈਂਟ 'ਚ ਹੈ ਜਾਂ ਫਿਊਚਰ ਬਾਰੇ ਗੱਲ ਕੀਤੀ ਆਪਾਂ ਨੇ ਉਸ ਦੇ ਵਿੱਚ ਦੇਖਣਾ ਗਾ ਆਪਾਂ ਨੂੰ ਡਾਟਾ ਪਾਸਟ ਬਾਰੇ ਦਿੱਤਾ ਹੈ, ਪ੍ਰੈਜੈਂਟ ਬਾਰੇ ਦਿੱਤਾ ਹੈ ਜਾਂ ਫਿਊਚਰ ਬਾਰੇ ਦਿੱਤਾ ਗਾ। ਸੈਕਿੰਡ, ਇਸ ਦੇ ਵਿੱਚ ਤੁਸੀਂ ਵਕੈਬ ਵਧੀਆ ਯੂਜ਼ ਕਰਨੀ ਹੈ ਅਤੇ ਆਪਣੀ ਗ੍ਰਾਮਰ ਪੂਰੀ ਐਕੂਰੇਟ ਰੱਖਣੀ ਹੈ, ਕੋਈ ਮਿਸਟੇਕਸ ਨਹੀਂ ਕਰਨੀਆਂ। ਪ੍ਰੈਜੈਂਟ, ਪਾਸਟ ਐਂਡ ਫਿਊਚਰ ਟੈਂਸ ਤੁਸੀਂ ਇਸ ਦੇ ਵਿੱਚ ਯੂਜ਼ ਕਰੋਗੇ। ਚਲੋ ਆਪਣੀ ਇਹ ਸਟੇਟਮੈਂਟ ਹੈ। The graph below show female unemployment rates in each country of the United Kingdom in 2013 and 2014। ਇਹ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਕਿਹਾ ਗਿਆ ਗਾ, ਜਿਹੜਾ ਆਪਾਂ ਨੂੰ ਗ੍ਰਾਫ ਦਿੱਤਾ ਗਿਆ ਗਾ ਉਸ ਦੇ ਵਿੱਚ ਆਪਾਂ ਨੂੰ ਫੀਮੇਲ ਦੀ ਅਨਇੰਪਲੋਇਮੈਂਟ ਰੇਟ ਬਾਰੇ ਦੱਸਿਆ ਗਿਆ ਯੂਨਾਈਟਿਡ ਕਿੰਗਡਮ ਕੰਟਰੀਜ਼ ਦੇ ਵਿੱਚ 2013 ਅਤੇ 2014 ਦੇ ਵਿੱਚ ਕਿੰਨੀ ਇਹਨਾਂ ਦੀ ਰੇਸ਼ੋ ਹੁੰਦੀ ਸੀਗੀ ਜੋ ਵੂਮੈਨ ਅਨਇੰਪਲੋਇਮੈਂਟ ਸੀ, ਮਤਲਬ ਜਿਨ੍ਹਾਂ ਕੋਲ ਕੋਈ ਵੀ ਕੰਮ ਨਹੀਂ ਸੀ, ਉਹਨਾਂ ਦੀ ਰੇਸ਼ੋ ਦੱਸੀ ਗਈ ਆਪਾਂ ਨੂੰ ਇਸ ਬਾਰ ਗ੍ਰਾਫ ਦੇ ਵਿੱਚ, ਜੋ ਕਿ ਆਪਾਂ ਇਸ ਨੂੰ ਇੰਗਲਿਸ਼ ਦੇ ਸੈਂਟੈਂਸ ਬਣਾ ਕੇ ਦੱਸਾਂਗੇ, ਐਕਸਪਲੇਨ ਕਰਾਂਗੇ। ਚਲੋ ਆਪਾਂ ਸਟਾਰਟ ਕਰਦੇ ਹਾਂ। ਮੈਂ ਤੁਹਾਨੂੰ ਦੱਸੀਗੀ ਪਹਿਲਾਂ ਆਪਾਂ ਇੰਟਰੋਡਕਸ਼ਨ ਲਿਖਾਂਗੇ। ਇਹ ਮੇਰੀ ਇੰਟਰੋਡਕਸ਼ਨ ਹੈ। The illustration reveals the information regarding the unemployment rates among women in the countries of the United Kingdom during 2013 and 2014। ਪਹਿਲੀ ਮੇਨ ਗੱਲ ਇਹ ਯਾਦ ਰੱਖਿਓ, ਜਿਹੜੀ ਆਪਾਂ ਇੰਟਰੋਡਕਸ਼ਨ ਲਿਖਣੀ ਆ ਉਹ ਜੋ ਆਪਾਂ ਨੂੰ ਸਟੇਟਮੈਂਟ ਦਿੱਤੀ ਹੈ ਆਪਾਂ ਨੇ ਸੇਮ ਉੱਦਾਂ ਨਹੀਂ ਲਿਖਣੀ। ਆਪਾਂ ਸੇਮ ਉੱਦਾਂ ਨਹੀਂ ਲਿਖਣੀ, ਉਸ ਨੂੰ ਥੋੜ੍ਹਾ ਰੀਫਰੇਸ ਕਰਕੇ ਲਿਖਣਾ ਗਾ। ਇੱਥੇ ਦੇਖੋ ਮੈਂ ਅਨਇੰਪਲੋਇਮੈਂਟ ਵੂਮੈਨ ਨੂੰ ਕਿੱਦਾਂ ਲਿਖਿਆ ਗਾ, ਦਾ ਅਨਇੰਪਲੋਇਮੈਂਟ ਰੇਟਸ ਅਮੰਗ ਵੂਮੈਨ। ਸੈਕਿੰਡ, ਮੈਂ BP1 ਲਿਖਿਆ ਗਾ ਇੱਕ ਲਾਈਨ ਛੱਡ ਕੇ। On analyzing the illustration, it is apparent that in 2013 the proportion of females of Northern Ireland who were unemployed। ਮੈਂ ਪਹਿਲਾਂ ਕੀ ਲਿਖਿਆ ਗਾ, on analyzing the illustration, ਇਹ BP1 ਸਟਾਰਟ ਕਰਨ ਦੀ ਲਾਈਨ ਹੈ, ਤੁਸੀਂ ਇਸ ਨੂੰ ਇੱਦਾਂ ਹੀ ਲਿਖਣਾ ਗਾ। ਇਹ ਬਾਰ ਗ੍ਰਾਫ 'ਚ ਨਹੀਂ, ਕੋਈ ਵੀ ਗ੍ਰਾਫ ਹੈਗਾ, ਲਾਈਨ ਗ੍ਰਾਫ, ਪਾਈ ਗ੍ਰਾਫ, ਟੇਬਲ ਚਾਰਟ ਕੋਈ ਵੀ ਆਉਂਦਾ ਗਾ ਤੁਸੀਂ ਇਹ ਲਾਈਨ ਲਿਖ ਸਕਦੇ ਹੋਗੇ। ਮੈਂ ਕੀ ਲਿਖਿਆ ਹੈ, ਇਨ 2013 ਦੇ ਵਿੱਚ ਪ੍ਰਪੋਰਸ਼ਨ ਆਫ ਫੀਮੇਲਸ ਆਫ ਨਾਰਦਰਨ ਆਇਰਲੈਂਡ ਹੂ ਵਰ ਅਨਇੰਪਲੋਇਡ। 2013 ਦੇ ਵਿੱਚ ਨਾਰਦਰਨ ਆਇਰਲੈਂਡ ਲਾਸਟ 'ਤੇ ਹੈ, ਇਹਦੀ ਕਿੰਨੀ ਰੇਸ਼ੋ ਸੀ 5.6% ਸੀ।
जो वूमेन अनएम्पलॉयड सी उन्हां दी रेशो कितनी सी 5.6%। इन्हां दी रेशो मैं किद्दां लिखी हैगी अमाउंटिंग टू 5.6%। यह अमाउंटिंग टू अकाउंटड फॉर यह वर्ड्स नेगे जो भी आप कोई रेशो दसनी है परसेंटेज दसनी है पॉइंट्स दसने ने तो यह आप यूज़ करते हैं वर्ड्स। अगे की लिखा मैंने हाउएवर मतलब की होंगे है बट इन 2014 द परसेंटेज फैल टू 4.6% पर 2014 ਦੇ ਵਿੱਚ ਇਹਦੀ परसेंटेज 4.6% हो गई सी मतलब घट गई। फैल का मतलब घट जाना। ये देखो पहला 2013 ਦੇ ਵਿੱਚ 5.6 सी फिर कितनी रह गई घट के 4.6%। मैं उदा ही लिखा। अगे की लिखा है द इंग्लैंड हैड द ग्रेटेस्ट परसेंटेज ऑफ अनएम्पलॉयमेंट वूमेन इन 2013। इंग्लैंड दे विच सब तो ज़्यादा परसेंटेज उन्हां वूमेंस दी सी 2013 दे विच कितनी सीगी 6.8%। अकाउंटेड फॉर 6.8%। कितनी इन्हां दी इंग्लैंड दे विच आपां देखिए सब तो वध तुसीं देख सकते होंगे 6.8% है इंग्लैंड दे विच। ठीक है जी। वाइल का मतलब भी जिदा आप हाउएवर यूज़ किया गा तो यह वाइल लिखा गा मैंने इत्थे ये अपनी होंगे वैरायटी ऑफ सेंटेंस। वाइल दिस रेशो वॉज डिक्रीज्ड बाय 0.3% इन नैक्सट ईयर। जबकि इसकी जी रेशो हैगी 0.3 तो घट गई सी इन नैक्सट ईयर मतलब कि मैं 2014 ਦੇ ਵਿੱਚ 0.3% ये घट गई। ठीक है जी। अगे मैं लिखा गा BP2 एक लाइन छड़ के लिखा गा BP2 मूविंग टूवर्ड्स रेस्ट ऑफ द डिस्क्रिप्शन। जो अपनी डाटा बारे डिटेल दसनी रह गई वो आप BP2 ਦੇ ਵਿੱਚ दसांगे। इन 2014 ਦੇ ਵਿੱਚ द रेशो ऑफ अनएम्पलॉयड वूमेन वाज लोएस्ट इन वेल्स which was constituted as 5.0% and ਇਹਦੇ ਵਿੱਚ ਕੀ ਦੱਸਿਆ ਆਪਾਂ ਨੂੰ 2014 ਦੇ ਵਿੱਚ ਜਿਹੜੀ ਰੇਸ਼ੋ ਹੈ ਜੋ ਵੂਮਨ ਵਰਕ ਨਹੀਂ ਕਰਦੀਆਂ ਸੀ ਉਹਨਾਂ ਸਭ ਤੋਂ ਘੱਟ ਸੀ ਵੇਲਸ ਦੇ ਵਿੱਚ ਕਿੰਨੀ ਸੀ 5.0% ਵੇਲਸ ਦੇ ਵਿੱਚ ਸੀ 2014 ਦੇ ਵਿੱਚ ਸੀ। ਠੀਕ ਹੈ ਜੀ। It was 0.4% higher in previous year पर की कहते यह जी 4 हायर सीगी इन प्रीवियस ईयर की हो गया 2013 तो वह की सी 2014। अगेन नेक्स्ट इन स्कॉटलैंड द रेशो ऑफ फीमेल्स हु वर नॉट वर्किंग वॉज इत्थे मैं अनएम्पलॉयड वूमेन नहीं लिखा इत्थे मैं की लिखा गा हु वर नॉट वर्किंग जो काम नहीं करदियां सी वास रिकॉर्डड जिदा मैं ऊपर अमाउंटड लिखा सी अकाउंटड लिखा सी कंस्टिट्यूटेड लिखा सी उदा इत्थे की लिखा है रिकॉर्डड एज 6.1% एंड 6.7% इन 2013 एंड 2014 रिस्पैक्टिवली। ये अपना जिहड़ा सेंटेंस हैगा ये वैरायटी ऑफ कंपलैक्स सेंटेंस होंदे नेगे जिस दे विच तुसी दोनों ईयर्स की रेशो दसोगे तो लास्ट ते आपां रिस्पैक्टिवली वर्ड यूज़ करांगे। तुसी देख सकते हो स्कॉटलैंड दे विच कितनी है 2013 दे विच 6.1 एंड 2014 दे विच 6.7%। इत्थे एक गल याद रखियो जिदा मैं 6.1% एंड 6.7% लिखा गा तो यह देखियो 2013 एंड 2014 उदा ही CSY लिखियो। जे 6.1 है तो उत्थे पहला 2013 लिखियो फिर 2014 लिखियो। जे 6.7% तुसी पहला लिखते हो तो तुसी उत्थे 2014 पहला लिखोगे तो फिर 2013 लिखोगे।
समझ गए। लास्ट है ओवरऑल। ओवरऑल हमेशा तुसी याद रखियो यह एक सेंटेंस या 2 सेंटेंस का होना चाहिए, इस तो बड़ा ओवरऑल नहीं होना चाहिए। ना ही इंट्रोडक्शन अपनी ज़्यादा लेंथी होनी चाहिए है, ओनली 1 सेंटेंस का ओवरऑल होना चाहिए। ओवरऑल मैंने की लिखा, द अनएम्प्लॉयमेंट रेट अमंग वूमेन वाज हाईएस्ट इन इंग्लैंड वेयर एज इन वेल्स इट वॉज लोएस्ट। मैंने की लिखा गा ਜਿਹੜੀ रेट है अमंग वूमेंस ਦੇ ਵਿੱਚ अनएम्प्लॉयमेंट जो लेडीज़ बिल्कुल काम नहीं करदियां सी, जिन्हां कोल कोई भी काम नहीं सी, ਉਹ सब तो ज़्यादा कित्थे पाई गई हैगी, उन्हां दी रेशो इंग्लैंड दे विच। वेयर एज पर, वेयर एज दा मतलब पर, बट, हाउएवर कुछ भी हुंदा गा, वाइल, विल्स्ट कुछ भी लगा सकते होंगे। इन वेल्स कंट्री दे विच की सी सब तो घट सी, इत्थे तुसीं देख सकते हो सब तो वध इंग्लैंड दे विच है ते सब तो घट 5 सीगी ते 5.4 सी वेल्स दे विच है। नॉर्दर्न आयरलैंड आपां क्यों नहीं लिखिया, उत्थे 5.6% है, वो ज़्यादा। समझ गए। तो ये अपना बार ग्राफ सी। ये बारग्राफ अजे मैं सिंपल तरीके नाल तुहानूं समझाया गा, क्योंकि कुछ स्टूडेंट हुंदे ने जो अजे स्टार्टिंग करते हैं, तां करके इस दे विच मैंने ज़्यादा कंपलैक्स वैरायटी सेंटेंसिस ज़्यादा नहीं पाए। ये बहुत ही सिंपल है, इनू तुसी आराम नाल कर सकते होंगे। टास्क 1 अपना 3 बैंड स्कोर का हुंदा गा, जिहड़ा टास्क 2 हुंदा वो अपना 6 बैंड स्कोर का हुंदा गा। तां तुसी इस दे विचों आराम नाल जे कोई भी बिना मिसटेक तो करके आने होंगे तो तुसी आराम नाल 2.5% बैंड की इस दे विचों लै सकदे होंगे, जे इदां तुसी सेंटेंस यूज़ करदे होंगे। इस दे विच तुसी एक गल देखियो, मैं कोई भी अपने वालों ओपीनियन नहीं दिता, जो डाटा दिता होया सी सिर्फ उसनूं इंग्लिश लैंग्वेज दे विच आपां लिखिया। समझ गए स्टूडेंट्स। थैंक यू। Have a nice day.